ਵਾਹੁ ਵਾਹੁ ਬਾਣੀ ਨਿਰੰਕਾਰ ਹੈ। ਤਿਸ ਜੇ ਵਡ ਅਵਰ ਨਾ ਕੋਏ। ਵਾਹੁ ਵਾਹੁ ਅਗਮ ਅਥਾਹੁ ਹੈ। ਵਾਹੁ ਵਾਹੁ ਸੱਚਾ ਸੋਇ। ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਦਿਹਾੜੇ, ਅੱਜ 21 ਕੱਤਕ ਦਿਨ ਸ਼ਨੀਵਾਰ ਔਰ 6 ਨਵੰਬਰ ਦਾ ਦਿਨ ਹੈ 2021। ਕੱਤਕ ਸੁਦੀ ਦੂਜ ਦਾ ਦਿਨ ਹੈ। ਅੱਜ ਦੇ ਦਿਹਾੜੇ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਦਸ਼ਮੇਸ਼ ਪਿਤਾ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਆ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸਤਿਗੁਰਾਂ ਦੇ ਗੁਰਿਆਈ ਪੁਰਬ ਦੀਆਂ ਸਰਬੱਤ ਗੁਰੂ ਕੇ ਖਾਲਸੇ ਪੰਥ ਨੂੰ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। 239 ਬਰਖ ਗੁਰੂ ਜੋਤ ਧਰਿ ਆਪ। ਗੁਰੂ ਗ੍ਰੰਥ ਗੁਰਤਾ ਦਈ ਪੰਥ ਖਾਲਸਾ ਥਾਪ। 239 ਸਾਲ ਮਹਾਰਾਜ ਸਾਹਿਬ ਜੀ ਨੇ ਗੁਰੂ ਜੋਤ ਪਾਵਨ ਸਰੀਰਾਂ ਵਿੱਚ ਧਾਰਨ ਕਰਕੇ ਤੇ ਫਿਰ 10ਵੇਂ ਜਾਮੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਖਾਲਸੇ ਪੰਥ ਨੂੰ ਥਾਪਿਆ। 1469 ਈਸਵੀ ਤੋਂ ਲੈ ਕੇ 1708 ਈਸਵੀ ਸਨ ਤੱਕ 239 ਸਾਲ ਬਣਦੇ ਹਨ। ਜਾਂ ਇਸ ਤਰ੍ਹਾਂ ਕਹਿ ਲਈਏ 1526 ਬਿਕਰਮੀ ਤੋਂ ਲੈ ਕੇ 1765 ਬਿਕਰਮੀ ਸੰਮਤ ਤੱਕ 239 ਵਰਖ ਗੁਰੂ ਜੋਤ ਧਰਿਆ। 239 ਸਾਲ ਮਹਾਰਾਜ ਸਾਹਿਬ ਜੀ ਨੇ ਪਾਵਨ ਸਰੀਰ ਵਿੱਚ ਵਿਚਰ ਕੇ 10 ਜਾਮਿਆਂ ਵਿੱਚ ਵਿਚਰ ਕੇ ਬਖਸ਼ਿਸ਼ ਕੀਤੀ ਔਰ 10ਵੇਂ ਜਾਮੇ ਵਿੱਚ ਮਹਾਰਾਜ ਨੇ ਮਹਾਰਾਸ਼ਟਰ ਦੀ ਧਰਤੀ 'ਤੇ ਨੰਦੇੜ ਸ਼ਹਿਰ ਦੇ ਅੰਦਰ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। 10 ਜਾਮਿਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦਾ ਬਹੁਤ ਬਹੁਤ ਅਦਬ ਕੀਤਾ ਅਤੇ ਸਿੱਖਾਂ ਤੇ ਪਾਸੋਂ ਕਰਵਾਇਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੱਚਖੰਡ ਜਾਣ ਤੋਂ 3 ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ। ਜਦੋਂ ਸਤਿਗੁਰਾਂ ਨੇ ਖਾਲਸੇ ਨੂੰ ਇਹ ਬਚਨ ਕਹਿ ਦਿੱਤੇ ਸੀ ਵੀ ਅਸੀਂ ਹੁਣ ਸੱਚਖੰਡ ਚਲੇ ਜਾਣਾ, ਤੇ ਉਸ ਵੇਲੇ ਖਾਲਸਾ ਬਹੁਤ ਵੈਰਾਗ ਦੇ ਵਿੱਚ ਸੀ। ਖਾਲਸੇ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ। ਤਾਂ ਉਸ ਵੇਲੇ ਗਰੀਬ ਨਵਾਜ ਨੇ ਆਖਿਆ ਕਿ ਤੁਹਾਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਤੇ ਅਸੀਂ ਤੁਹਾਡੇ ਵਿੱਚ ਹੀ ਅਭੇਦ ਹਾਂ। ਜਿਵੇਂ ਪਹਿਲਾਂ ਵੀ ਬਚਨ ਕੀਤਾ ਸਿੰਘ ਪੰਚਨ ਮਹਿਮੇਰੋ ਵਾਸਾ, ਜਿਵੇਂ ਮਹਾਰਾਜ ਨੇ ਬਚਨ ਕੀਤਾ ਰਹਿਣੀ ਰਹਿ ਸੋਈ ਸਿੱਖ ਮੇਰਾ ਹੋ ਸਾਹਿਬ ਮੈਂ ਉਸਕਾ ਚੇਰਾ, ਜਿਵੇਂ ਬਚਨ ਕੀਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਇਸੇ ਤਰ੍ਹਾਂ ਗਰੀਬ ਨਵਾਜ ਨੇ ਆਖਿਆ ਮੇਰਾ ਵਾਸਾ ਖਾਲਸੇ ਦੇ ਵਿੱਚ ਹੈ, ਮੇਰਾ ਵਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਜਿਵੇਂ ਮਹਾਰਾਜ ਨੇ ਗੁਰਿਆਈ ਦਿੱਤੀ ਉਹ ਆਪਾਂ ਇਤਿਹਾਸ ਵਿੱਚੋਂ ਪ੍ਰਸੰਗ ਸਰਵਣ ਕਰਦੇ ਹਾਂ। ਸਤਿਗੁਰ ਸੱਚਖੰਡ ਜਾਣਾ ਚਾਹੈ ਜਾਣ ਲੇਹੋ,
खालसे को आन के व्यापे तब शोक है। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਸੱਚਖੰਡ ਜਾਣਾ ਚਾਹੁੰਦੇ ਹਨ ਤੇ ਖਾਲਸੇ ਨਾਲ ਇਹ ਬਚਨ ਸਾਂਝਾ ਕੀਤਾ ਮਹਾਰਾਜ ਨੇ। ਖਾਲਸਾ ਉਸ ਵੇਲੇ ਵੈਰਾਗ ਦੇ ਵਿੱਚ ਹੋਇਆ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕਿੰਨਾ ਪ੍ਰੇਮ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ। ਇਸ ਅਵਸਥਾ ਵਿੱਚ ਵਿਚਰਦੇ ਸਨ, ਸਭ ਘਰ-ਬਾਰ ਛੱਡ ਕਰਕੇ ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ, ਤੇ ਉਹ ਹੁਣ ਵਿਛੋੜਾ ਸਹਿਆ ਨਹੀਂ ਜਾ ਰਿਹਾ। ਸ੍ਰੀ ਪ੍ਰਭ ਦਈ ਧੀਰ ਸੁਣੋ ਪਿਆਰੇ ਖਾਲਸਾ ਜੀ, ਰਾਮ ਤੇ ਰਸੂਲ ਰਹੇ ਨਹੀਂ ਲਓ ਵਿਲੋਕ ਹੈ। ਸ੍ਰੀ ਪ੍ਰਭੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਧੀਰਜ ਦਿੱਤੀ ਕਿ ਪਿਆਰੇ ਖਾਲਸਾ ਜੀ ਸੁਣੋ, ਇਸ ਮਾਤ ਲੋਕ ਦੇ ਵਿੱਚ ਸ੍ਰੀ ਰਾਮਚੰਦਰ ਜੀ ਆਏ, ਉਹਨਾਂ ਨੂੰ ਵੀ ਜਾਣਾ ਪਿਆ ਹੈ। ਇੱਥੇ ਮੁਹੰਮਦ ਸਾਹਿਬ ਆਏ, ਆਪਣੇ ਸਮੇਂ ਨਾਲ ਉਹ ਵੀ ਚਲੇ ਗਏ ਹਨ। ਰਾਮ ਤੇ ਰਸੂਲ ਰਹੇ ਨਹੀਂ ਲਓ ਵਿਲੋਕ ਹੈ। ਤੁਸੀਂ ਵੇਖ ਲੈਣਾ ਕਰੋ, ਉਹ ਵੀ ਇੱਥੋਂ ਚਲੇ ਗਏ। ਜਿਵੇਂ ਨਾਵੇਂ ਪਾਤਸ਼ਾਹ ਨੇ ਭੋਗ ਦੇ ਸਲੋਕਾਂ 'ਚ ਫਰਮਾਇਆ ਨਾ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਆਖਿਆ, ਤਨ ਜੋਈ ਧਾਰਿਆ ਸੋ ਅੰਤ ਕੋ ਵਿਨਾਸ਼ ਹੋਤ, ਤੁਸੀਂ ਸਤ ਚਿੱਤ ਮੁੱਧ ਧਰੋ ਮਨ ਰੋਕ ਹੈ। ਮਹਾਰਾਜ ਕਹਿਣ ਲੱਗੇ ਤੁਸੀਂ ਸਤ ਚਿੱਤ ਆਨੰਦ ਸਰੂਪ ਦੇ ਨਾਲ ਜੁੜ ਕੇ ਰਹੋ। ਜਿਹੜਾ ਸਰੀਰ ਧਾਰਨ ਕੀਤਾ ਹੈ ਉਹ ਸਰੀਰ ਦਾ ਵਿਨਾਸ਼ ਹੋਣਾ ਹੈ, ਸਰੀਰ ਸਦਾ ਨਹੀਂ ਰਹਿੰਦਾ। ਭਾਵੇਂ ਗੁਰੂ ਸਾਹਿਬ ਜੀ ਦਾ ਸਰੀਰ ਵੀ ਅਬਿਨਾਸੀ ਹੈ ਸਾਧ ਸੰਗਤ ਜੀ, ਪਰ ਮਹਾਰਾਜ ਸਾਹਿਬ ਜੀ ਨੇ ਨਿਮਰਤਾ ਵਿੱਚ ਇਹ ਬਚਨ ਕਹੇ। ਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨੇ ਦਾ ਇਤਿਹਾਸ ਆਪਾਂ ਵੱਖਰਾ ਵਿਚਾਰਾਂਗੇ, ਅੱਜ ਗੁਰਿਆਈ ਦਾ ਆਪਾਂ ਇਤਿਹਾਸ ਵਿਚਾਰਨਾ ਹੈ। ਮਹਾਰਾਜ ਕਹਿਣ ਲੱਗੇ ਮਨ ਨੂੰ ਰੋਕ ਕਰਕੇ ਤੁਸੀਂ ਪ੍ਰਸੰਨ ਰਹੋ ਖਾਲਸਾ ਜੀ। ਸੁਣ ਤਬ ਖਾਲਸੇ ਨੇ ਬਿਨੈ ਕਰੀ ਗੁਰ ਸੱਚੇ, ਸਤਿਗੁਰੂ ਥਾਪੋ ਮਰਿਆਦਾ ਗੁਰ ਓਕ ਹੈ। ਸਤਿਗੁਰਾਂ ਦਾ ਬਚਨ ਸੁਣ ਕੇ ਖਾਲਸੇ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ, ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਸਤਿਗੁਰੂ ਸੱਚਖੰਡ ਜਾਣ ਤੋਂ ਪਹਿਲਾਂ ਅਗਲੇ ਗੁਰੂ ਸਾਹਿਬ ਜੀ ਨੂੰ ਥਾਪ ਕੇ ਜਾਂਦੇ ਹਨ, ਤੇ ਆਪ ਜੀ ਗੁਰੂ ਘਰ ਦੀ ਮਰਿਆਦਾ ਕਰੋ, ਸਤਿਗੁਰਾਂ ਨੂੰ ਥਾਪੋ। ਸਤਿਗੁਰ ਕਿਹਾ ਗੁਰੂ ਥਾਪਦੇ ਹਾਂ ਖਾਲਸਾ ਜੀ, ਸਦਾ ਉਪਦੇਸ਼ ਦੇਵੈ ਕੱਟ ਕੇ ਕਲੇਸ਼ ਕੋ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਐਸੇ ਗੁਰੂ ਥਾਪਦੇ ਹਾਂ ਜੋ ਸਦਾ ਵਾਸਤੇ ਕਲੇਸ਼ਾਂ ਨੂੰ ਕੱਟ ਕਰਕੇ ਤੁਹਾਨੂੰ ਉਪਦੇਸ਼ ਦਿੰਦੇ ਰਹਿਣਗੇ। ਸ੍ਰੀ ਦਮਦਮੇ ਵਿੱਚ ਰਚਿਆ ਸੀ ਮਹਾਰਾਜ, ਆਦਿ ਗ੍ਰੰਥ ਸਾਹਿਬ ਪ੍ਰਕਾਸ਼ੋ ਅਕਲੇਸ਼ ਕੋ। ਮਹਾਰਾਜ ਕਹਿੰਦੇ ਜੋ ਪਾਵਨ ਬਾਣੀ ਅਸੀਂ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਅਸਥਾਨ 'ਤੇ ਉਚਾਰਨ ਕਰਕੇ ਭਾਈ ਮਣੀ ਸਿੰਘ ਸਾਹਿਬ ਜੀ ਤੋਂ ਲਿਖਵਾਈ, ਉਹ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਕਿਉਂਕਿ ਉਸ ਵੇਲੇ ਗੁਰੂ ਪਦ ਮਹਾਰਾਜ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਦਿੱਤੀ ਹੈ, ਤੇ ਫਿਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਪਦ ਤਾਂ ਲੱਗਾ ਹੈ। ਪਹਿਲਾਂ ਆਦਿ ਗ੍ਰੰਥ ਸਾਹਿਬ ਤੇ ਉਸ ਤੋਂ ਪਹਿਲਾਂ ਸ੍ਰੀ ਪੋਥੀ ਸਾਹਿਬ ਨਾਮ ਸੀ। ਸ੍ਰੀ ਗ੍ਰੰਥ ਸਾਹਿਬ ਤੇ ਸ੍ਰੀ ਪੋਥੀ ਸਾਹਿਬ ਨਾਮ ਸੀ, ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਆਦਿ ਗ੍ਰੰਥ ਸਾਹਿਬ ਪ੍ਰਕਾਸ਼ੋ ਅਕਲੇਸ਼ ਕੋ। ਜੋ ਕਲੇਸ਼ਾਂ ਤੋਂ ਰਹਿਤ ਕਰਨ ਵਾਲੇ ਆਦਿ ਗ੍ਰੰਥ ਸਾਹਿਬ ਹਨ, ਤਿੰਨਾਂ ਦਾ ਪ੍ਰਕਾਸ਼ ਕਰੋ। ਸੁਣ ਸਿੰਘ ਸੰਗਤਾਂ ਨੇ ਗੁਰ ਗੱਦੀ ਲਾਏ ਕਰ, ਕੀਤੇ ਪ੍ਰਕਾਸ਼ ਸੋ ਹੈ ਜੋਤ ਜਗਤੇਸ਼ ਕੋ। ਇਹ ਗੱਲ ਸੁਣ ਕਰਕੇ ਸਿੰਘਾਂ ਨੇ, ਖਾਲਸੇ ਸੰਗਤ ਨੇ ਤਖਤ ਸਜਾ ਕੇ, ਗੁਰਗੱਦੀ ਲਾ ਕੇ, ਸੋਹਣਾ ਚੰਦੋਆ ਲਾ ਕੇ, ਉੱਚਾ ਤਖਤ ਲਾ ਕੇ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਭ ਰਹੇ ਹਨ। ਜਗਤ ਦੇ ਈਸ਼ਵਰ ਵਾਹੋ ਵਾਹੋ ਬਾਣੀ ਨਿਰੰਕਾਰ ਜੋਤੀ ਸਰੂਪ ਪ੍ਰਕਾਸ਼ ਰਹੇ ਹਨ। ਭਾਈ ਮਣੀ ਸਿੰਘ ਤਾਬਿਆ ਦਿੱਤੇ ਹੈ ਬਿਠਾਏ ਤਬ, ਧਰਮ ਸਿੰਘ ਹਰ ਸਿੰਘ ਕਰੇ ਖਰੇ ਵੇਸ ਕੋ। ਭਾਈ ਮਣੀ ਸਿੰਘ ਨੂੰ ਮਹਾਰਾਜ ਨੇ ਆਗਿਆ ਕੀਤੀ ਕਿ ਭਾਈ ਮਣੀ ਸਿੰਘ ਜੀ ਤੁਸੀਂ ਤਾਬਿਆ ਸੱਜ ਕੇ ਚੌਰ ਕਰੋ।
ਭਾਈ ਮਨੀ ਸਿੰਘ ਜੀ ਉਸ ਵੇਲੇ ਚੌਰ ਸਾਹਿਬ ਕਰਨ ਦੀ ਸੇਵਾ ਕਰਨ ਲੱਗੇ, ਚੌਰ ਬਰਦਾਰ ਬਣੇ। ਤੇ 5 ਸਿੰਘ ਮਹਾਰਾਜ ਨੇ ਸਨਮੁਖ ਸੇਵਾ ਦੇ ਵਿੱਚ ਹਾਜ਼ਰ ਕੀਤੇ। ਉਹ 5 ਸਿੰਘ ਕਿਹੜੇ ਹਨ? ਇੱਕ ਹਨ ਪਿਆਰੇ ਧਰਮ ਸਿੰਘ ਜੀ, ਦੂਜੇ ਹਨ ਭਾਈ ਹਰ ਸਿੰਘ ਜੀ, ਸੰਤੋਖ ਸਿੰਘ, ਭਾਈ ਗੁਰਬਖਸ਼ ਸਿੰਘ ਸ਼ਹੀਦ ਜੋ, ਦੀਪ ਸਿੰਘ, ਪੰਚੋ ਸਿੰਘ ਖੜੇ ਪਾਸ ਕੀਨ ਹੈ। ਤੀਜੇ ਹਨ ਭਾਈ ਸੰਤੋਖ ਸਿੰਘ ਜੀ, ਚੌਥੇ ਭਾਈ ਗੁਰਬਖਸ਼ ਸਿੰਘ ਜੀ ਜੋ ਬਾਅਦ ਵਿੱਚ ਸ਼ਹੀਦ ਹੁੰਦੇ ਹਨ, ਤੇ ਪੰਜਵੇਂ ਹਨ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਬਾਅਦ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਹਨ। ਦਮਦਮੀ ਟਕਸਾਲ ਦੇ ਜੋ ਪਹਿਲੇ ਜਥੇਦਾਰ ਹੋਏ। 12 ਮਿਸਲਾਂ ਵਿੱਚੋਂ ਵੀ ਬਾਅਦ ਵਿੱਚ ਸ਼ਹੀਦ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਹੀ ਹੋਏ ਹਨ, ਜਿਨ੍ਹਾਂ ਨੇ ਸੀਸ ਤਲੀ ਤੇ ਰੱਖ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਬਾਅਦ ਵਿੱਚ 18 ਸੇਰ ਦਾ ਖੰਡਾ ਖੜਕਾਇਆ। ਉਹ ਬਾਬਾ ਦੀਪ ਸਿੰਘ ਸਾਹਿਬ ਜੀ ਵੀ 5 ਸਿੰਘਾਂ ਦੇ ਵਿੱਚ ਉਸ ਵੇਲੇ ਸ਼ਾਮਲ ਹਨ। ਇੱਕ ਵਾਰੀ ਫੇਰ ਨਾਮ ਸੁਣੋ। ਧਰਮ ਸਿੰਘ ਜੀ ਜੋ 5 ਪਿਆਰਿਆਂ ਵਿੱਚੋਂ ਸਨ, ਪਿਆਰੇ ਧਰਮ ਸਿੰਘ ਜੀ, ਦੂਜੇ ਹਰ ਸਿੰਘ ਜੀ, ਤੀਜੇ ਭਾਈ ਸੰਤੋਖ ਸਿੰਘ ਜੀ, ਚੌਥੇ ਭਾਈ ਗੁਰਬਖਸ਼ ਸਿੰਘ ਜੀ, ਤੇ ਪੰਜਵੇਂ ਬਾਬਾ ਦੀਪ ਸਿੰਘ ਜੀ। ਇਹ 5 ਸਿੰਘ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਮਹਾਰਾਜ ਨੇ ਸੇਵਾ 'ਚ ਹਾਜ਼ਰ ਕੀਤੇ। ਸ੍ਰੀ ਦਸ਼ਮੇਸ਼ ਨਾਲੀਏਰ 5 ਪੈਸੇ ਤੇਗ ਰਾਖ, ਕਰ ਪਰਕਰਮਾ ਕੇ ਸੀਸ ਨਿਵੇ ਚੀਨ ਹੈ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਜੀ ਨੇ 5 ਪੈਸੇ ਨਾਲੀਏਰ ਲੈ ਲਿਆ ਤੇ ਗਾਤਰੇ ਵਾਲੀ ਵੱਡੀ ਤੇਗ ਲੈ ਲਈ, ਤੇ ਪਰਕਰਮਾ ਕਰਕੇ ਗੁਰੂ ਸਾਹਿਬ ਜੀ ਨੇ ਫਿਰ 5 ਪੈਸੇ ਨਾਲੀਏਰ ਭੇਟ ਕਰਕੇ ਤੇ ਵੱਡੀ ਸ੍ਰੀ ਸਾਹਿਬ ਵੀ ਗਾਤਰੇ ਵਾਲੀ ਭੇਟ ਕਰਕੇ ਮੱਥਾ ਟੇਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਮੇਰਾ ਰੂਪ ਭਏ, ਪਾਂਚੋ ਪਿਆਰੇ ਦੇਵੈ ਉਪਦੇਸ਼ ਪਰਬੀਨ ਹੈ। ਇਸ ਤਰ੍ਹਾਂ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾਈ। 5 ਸਿੰਘਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਪਣੀ ਕਲਾ ਰੱਖੀ। 5 ਸਿੰਘਾਂ ਨੂੰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਡਿਆਈ ਦਿੱਤੀ। ਅੱਜ ਦੇ ਦਿਹਾੜੇ ਮਹਾਰਾਜ ਸਾਹਿਬ ਜੀ ਨੇ ਅੱਜ ਤੋਂ 313 ਸਾਲ ਪਹਿਲਾਂ, ਅੱਜ 2021 ਹੈ, ਤੇ ਮਹਾਰਾਜ ਸਾਹਿਬ ਜੀ ਨੇ 1708 ਈਸਵੀ ਸਨ ਦੇ ਵਿੱਚ 1765 ਬਿਕਰਮੀ ਸੰਮਤ ਵਿੱਚ ਕੱਤਕ ਸੁਦੀ ਦੂਜ ਵਾਲੇ ਦਿਨ, ਮੱਸਿਆ ਤੋਂ ਅਗਲੇ ਦਿਨ ਸੁਦੀ ਏਕਮ ਹੁੰਦੀ ਹੈ, ਤੇ ਅੱਜ ਕੱਤਕ ਸੁਦੀ ਦੂਜ ਦਾ ਦਿਨ ਹੈ। ਆਪਣੇ ਸੱਚਖੰਡ ਜਾਣ ਤੋਂ 3 ਦਿਨ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪਣੀ ਜੋਤ ਟਿਕਾਈ ਹੈ, ਤੇ ਕਹਿ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਮੇਰਾ ਰੂਪ ਭਏ। ਇਹ ਅੱਜ ਤੋਂ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਰੂਪ ਹੈ, ਸਾਡੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸਾਡੀ ਜੁਗਤ ਖਾਲਸੇ ਪੰਥ ਵਿੱਚ ਹੈ। ਪਾਂਚੋ ਪਿਆਰੇ ਦੇਵੈ ਉਪਦੇਸ਼ ਪਰਬੀਨ ਹੈ। ਤੇ 5 ਪਿਆਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼, ਜੋ 10 ਪਾਤਸ਼ਾਹੀਆਂ ਦਾ ਉਪਦੇਸ਼, ਗੁਰੂ ਘਰ ਦਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਿਆ ਕਰਨਗੇ। ਸਦਾ ਸਥਿਤ ਗੁਰੂ ਰਹੈ ਇਹ ਜਗ ਵੀਚ, ਹੋਰ ਕੋਈ ਮਾਨਸ ਨਾ ਬਣੇ ਲੱਖ ਲੀਨ ਹੈ। ਆਖਿਆ ਸਦਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਵਿੱਚ ਗੁਰੂ ਸਥਿਤ ਰਹਿਣਗੇ, ਹੋਰ ਕੋਈ ਮਨੁੱਖ ਗੁਰੂ ਨਹੀਂ ਬਣ ਸਕਦਾ। ਤੋ ਇਸ ਤਰ੍ਹਾਂ ਬਖਸ਼ਿਸ਼ ਕੀਤੀ। ਤੇ ਨਾਲੇ ਸਤਿਗੁਰੂ ਜੀ ਨੇ ਆਖਿਆ, ਸ੍ਰੀ ਮੁਖ ਵਾਕ ਆਪਣੇ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਗਰੀਬ ਨਵਾਜ ਸਾਹਿਬ ਜੀ ਨੇ ਕਹੇ, ਔਰ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਬਖਸ਼ਿਸ਼ ਕੀਤੀ। 1765 ਵਿਖੇ ਕੱਤਕ ਸੁਦੀ ਥੀ ਦੋਏ, ਗੁਰਿਆਈ ਗੁਰੂ ਗ੍ਰੰਥ ਜੀ ਅੰਮ੍ਰਿਤ ਵੇਲਾ ਸੋਏ। ਅਬਚਲ ਨਗਰ ਗੁਰਤਾ ਮਿਲੇ ਗੁਰੂ ਗ੍ਰੰਥ ਮਹਾਰਾਜ, 10ਮ ਗੁਰੂ ਬਖਸ਼ਨ ਕਰੀ ਸਭ ਮਾਨੈ ਸਿਰ ਤਾਜ। ਗੁਰੂ ਗ੍ਰੰਥ ਜੀ ਜਗਤ ਗੁਰ ਝਗੜਾ ਦੀਆ ਨਵੇਰ, ਏਕ ਖਾਲਸਾ ਸਰਬ ਹੀ ਗੁਰ ਭਾਈ ਸਮਹੇਰ।
ਚਲਾਵੈ ਰੀਤ ਸੋ ਖਾਲਸਾ। ਪੰਚੋ ਅੰਮ੍ਰਿਤ ਦੇ ਗੁਰੂ ਗ੍ਰੰਥ ਪਰਮਾਰਥੰ ਗਿਆਨ ਉਦੇ ਕਰ ਲੇ। ਗੁਰੂ ਗ੍ਰੰਥ ਗੁਰਤਾ ਲਹੇ ਪਾਂਚ ਪਿਆਰੇ ਸੰਗ। ਗੁਰ ਨਾਨਕ ਦਸ਼ਮੇਸ਼ ਕੋ ਏਕੋ ਰੂਪ ਅਭੰਗ। ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਅੱਜ ਦੇ ਦਿਹਾੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਨਿਰੰਕਾਰ ਸਰੂਪ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਵਰਤਾਈਆਂ। ਅੱਜ ਦੇ ਦਿਹਾੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਸਾਨੂੰ। ਔਰ ਗੁਰਮੁਖ ਪਿਆਰੇ ਕਵੀ ਰਾਜ ਸੰਤ ਨਿਹਾਲ ਸਿੰਘ ਜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਭਾ ਦੇ ਵਿੱਚ ਬਹੁਤ ਸੋਹਣਾ ਬਚਨ ਲਿਖਦੇ ਹਨ। ਉਹਨਾਂ ਨੇ ਕਈ ਬਚਨ ਲਿਖੇ ਤੇ ਇੱਕ ਵਚਨ ਉਹ ਕਹਿੰਦੇ ਆ ਵੀ ਕਿਸੇ ਨੂੰ ਕਿਸੇ ਤੇ ਭਰੋਸਾ, ਕਿਸੇ ਨੂੰ ਕਿਸੇ ਤੇ ਭਰੋਸਾ ਹੈ, ਪਰ ਮੈਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਭਰੋਸਾ ਹੈ। ਇਹ ਸੰਤ ਨਿਹਾਲ ਸਿੰਘ ਜੀ ਜੋ ਲਾਹੌਰ ਦੇ ਵਿੱਚ ਸੋ ਮਹਾਂਪੁਰਖ ਸੰਤ ਬਾਬਾ ਖੁਦਾ ਸਿੰਘ ਜੀ ਦੇ ਅਸਥਾਨ ਤੇ ਰਿਹਾ ਕਰਦੇ ਸਨ, ਉਹਨਾਂ ਨੇ ਇਹ ਬਚਨ ਲਿਖੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਭਾ ਵਿੱਚ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ। ਕਾਹੂ ਕੋ ਭਰੋਸੋ ਚੋਰ ਚਾਕਰੀ ਜਹਾਜ਼ ਪੈ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ। ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ। ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤ ਸ਼ਾਹ ਮੀਤ। ਕਾਹੂ ਕੋ ਭਰੋਸੋ ਹੈ ਕੁਟੰਬੀ ਕਰੈ ਕਾਜ ਪੈ। ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਕੋ। काहू को भरोसो संत गिरी की मिजाज पै। काहू को भरोसो चार चातुरी चलाकी चोख। मोको तो भरोसो एक ग्रंथ महाराज पै। मोको तो भरोसो एक गुरु ग्रंथ महाराज पै। कहते भी किसी नूं किसी ते भरोसा है, किसी नूं किसी ते, पर मैनू तां श्री गुरु ग्रंथ साहिब महाराज जी दे उत्ते भरोसा है। सतगुरु किरपा करन। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ 313 ਸਾਲਾ ਗੁਰਿਆਈ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸਾਡੇ ਹਿਰਦੇ ਵਸੇ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। जिन कौ नदर कर्म होवै हिरदै तिना समाणी। पीवहो अमृत सदा रहो हर रंग, जपिहो सारग पाणी। कहै नानक सदा गावहो ਇਹ ਸੱਚੀ ਬਾਣੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਅੱਖਰ ਇਹ ਅੰਮ੍ਰਿਤ ਹੈ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ। ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਅਕਥ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ। ਅਮਰ ਥੀਆ ਫਿਰ ਨਾ ਮੂਆ ਕਲ ਕਲੇਸਾ ਦੁਖ ਹਰੇ। ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ। ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ। ਤੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਵਿੱਤਰ ਅੰਮ੍ਰਿਤ ਬਾਣੀ। ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਮਹਾਰਾਜ ਸਾਹਿਬ ਜੀ ਦਾ ਅਮੋਲਕ ਹੈ। ਇਹ ਹੀਰਿਆਂ ਲਾਲਾਂ ਤੋਂ ਵੀ ਬੇਕੀਮਤੀ ਹੈ। ਜਿਵੇਂ ਪੰਚਮ ਪਾਤਸ਼ਾਹ ਨੇ ਆਖਿਆ, ਹਮ ਧਨਵੰਤ ਭਾਗਠ ਸਚ ਨਾਏ। ਹਰ ਗੁਣ ਗਾਵਹਿ ਸਹਿਜ ਸੁਭਾਏ। ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਵੀ ਜਿਸ ਵੇਲੇ ਪਾਵਨ ਪੋਥੀਆਂ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਸੀ ਪੰਚਮ ਪਾਤਸ਼ਾਹ ਨੇ, ਆਖਿਆ ਇਹ ਪਿਤਾ ਤੇ ਦਾਦੇ ਦਾ ਖਜ਼ਾਨਾ ਖੋਲ੍ਹ ਕੇ ਵੇਖਿਆ। ਅਸੀਂ ਧਨਵਾਨ ਹੋ ਗਏ ਹਾਂ, ਅਮੀਰ ਹੋ ਗਏ ਹਾਂ, ਸ਼ਾਹੂਕਾਰ ਹੋ ਗਏ ਹਾਂ, ਕਿਉਂਕਿ ਇਹ ਅਮੋਲਕ ਹੀਰੇ ਲਾਲ ਸਾਨੂੰ ਪ੍ਰਾਪਤ ਹੋਏ।
ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰਿਆ ਖੂਟਿਆ ਤੋਲ। ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਐਸਾ ਭੰਡਾਰਾ ਹੈ ਜਿਹੜਾ ਕਦੇ ਮੁੱਕਣ ਵਾਲਾ ਨਹੀਂ। ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਪਰ ਜਿਹਦੇ ਮਸਤਕ ਦੇ ਉੱਤੇ ਲੇਖ ਸ੍ਰੇਸ਼ਟ ਆਪ ਵਾਹਿਗੁਰੂ ਜੀ ਨੇ ਲਿਖੇ ਹਨ, ਉਹ ਇਸ ਖਜ਼ਾਨੇ ਦਾ ਸਾਂਝੀਵਾਲ ਬਣਿਆ ਹੈ, ਭਾਈਵਾਲ ਬਣਿਆ ਹੈ। ਇੱਕ ਅੱਖਰ ਵੀ ਹਿਰਦੇ ਵਸ ਜਾਵੇ ਗੁਰੂ ਕੀ ਬਾਣੀ ਦਾ। ਮਹਾਰਾਜ ਕਹਿੰਦੇ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਦੁੱਖਾਂ ਤੋਂ ਰਹਿਤ ਕਰਨ ਵਾਲੀ, ਨਿਹਾਲ ਕਰਨ ਵਾਲੀ ਗੁਰੂ ਕੀ ਅੰਮ੍ਰਿਤ ਬਾਣੀ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ। ਮਹਾਨ ਮਹਿਮਾ ਹੈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।